ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਵੀਡੀਓ 9ਵੀਂ ਕਲਾਸ ਦੇ ਲਈ ਹੈ। 9ਵੀਂ ਕਲਾਸ ਦਾ ਫਸਟ ਚੈਪਟਰ ਦਾ ਸਾਡੇ ਕੋਲ ਅਭਿਆਸ 1.5 ਦਾ ਚੌਥਾ ਸਵਾਲ ਹੈ। ਵਰਗਮੂਲ 9.3 ਨੂੰ ਸੰਖਿਆ ਰੇਖਾ ਉੱਤੇ ਦਰਸਾਓ। ਠੀਕ ਹੈ, ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਸੰਖਿਆ ਰੇਖਾ ਉੱਤੇ ਵਰਗਮੂਲ 9.3 ਨੂੰ ਦਰਸਾਓ, ਸਕੁਆਇਰ ਰੂਟ ਆਫ 9.3। ਠੀਕ ਹੈ, ਇਹ ਰਿਪਰੈਜ਼ੈਂਟ ਕਰਨਾ ਹੈ ਆਪਾਂ ਨੰਬਰ ਲਾਈਨ ਦੇ ਉੱਤੇ। ਇਹਦੇ ਬਾਕੀ ਕੁਐਸਚਨਸ ਜਿਹੜੇ ਆਪਾਂ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਸੀ, ਤੁਹਾਨੂੰ ਮੈਂ ਕਿਹਾ ਸੀ ਕਿ ਬਾਅਦ ਦੇ ਵਿੱਚ ਇਹ ਮੈਂ ਕਰਵਾਵਾਂਗਾ, ਇਹਦੇ ਵਾਸਤੇ ਅਲੱਗ ਇੱਕ ਵੀਡੀਓ ਬਣਾਵਾਂਗਾ। ਤਾਂ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਇਹੀ 4th ਕੁਐਸਚਨ ਜਿਹੜਾ ਉਹ ਕਰਨ ਜਾ ਰਹੇ ਹਾਂ। ਠੀਕ ਹੈ, ਤਾਂ ਆਓ ਕਰਦੇ ਹਾਂ ਸ਼ੁਰੂ। ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਸਾਰੇ ਪੁਆਇੰਟਸ ਜਿਹੜੇ ਲਿਖੇ ਹੋਏ ਨੇ, ਰਚਨਾ ਦੇ ਪੱਗ, ਸਟੈਪਸ ਆਫ ਕੰਸਟਰਕਸ਼ਨ। ਇਹਦੇ ਵਿੱਚ ਜਿਵੇਂ ਜਿਵੇਂ ਲਿਖਿਆ ਹੋਇਆ ਉਹੀ ਸਾਰੇ ਸਟੈਪ ਆਪਾਂ ਕਰਨੇ ਨੇ, ਉਹ ਪਰਫਾਰਮ ਕਰਨੇ ਨੇ ਤੇ ਕਰਾਂਗੇ, ਤੇ ਜੋ ਸਾਨੂੰ ਰਿਕੁਆਇਰਡ ਰਿਜ਼ਲਟ ਹੈ ਉਹ ਅਸੀਂ ਬਣਾਵਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਇੱਕ ਲਾਈਨ ਡਰਾ ਕਰਾਂਗੇ। ਠੀਕ ਹੈ, ਰੇਖਾ ਅਸੀਂ ਖਿੱਚਾਂਗੇ, ਉਹਦੇ ਫਿਰ ਇੱਕ ਸਿਰੇ ਤੇ ਆਪਾਂ ਬਿੰਦੂ A ਜਿਹੜਾ ਉਹ ਲਵਾਂਗੇ। ਫਿਰ A ਤੋਂ 9.3 ਦੀ ਦੂਰੀ ਤੇ ਇੱਕ ਬਿੰਦੂ ਲਗਾਵਾਂਗੇ, ਜਿਹਦਾ ਨਾਮ ਸਾਡੇ ਕੋਲ ਜਿਹੜਾ B ਅਸੀਂ ਰੱਖਾਂਗੇ। ਠੀਕ ਹੈ, ਉਸ ਤੋਂ ਬਾਅਦ B ਤੋਂ 1 ਇਕਾਈ ਦੀ ਦੂਰੀ ਤੇ ਅਸੀਂ ਇੱਕ ਨਵਾਂ ਬਿੰਦੂ ਉਹ C ਲਗਾਵਾਂਗੇ। ਠੀਕ ਹੈ, B ਤੋਂ 1 ਇਕਾਈ ਦੀ ਦੂਰੀ ਤੇ ਬਿੰਦੂ ਲਗਾਓ ਅਤੇ ਨਵੇਂ ਬਿੰਦੂ ਨੂੰ C ਮੰਨੋ। ਠੀਕ ਹੈ, C ਮੰਨ ਲਓ। ਇਸ ਤੋਂ ਬਾਅਦ AC ਦਾ ਮੱਧ ਬਿੰਦੂ ਲਓ, ਉਹਨੂੰ O ਮੰਨੋ, ਤੇ O ਤੋਂ AC ਨੂੰ, O ਨੂੰ ਕੇਂਦਰ ਅਤੇ OC ਨੂੰ ਅਰਧਵਿਆਸ ਮੰਨ ਕੇ ਇੱਕ ਅਰਧ ਚੱਕਰ ਲਗਾਓ। ਤੇ ਚਲੋ ਅਗਲਾ 5ਵਾਂ ਪੁਆਇੰਟ ਹੈ। ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਪਹਿਲਾਂ ਕਰਦੇ ਹਾਂ, ਇੱਕ ਇੱਕ ਕਰਕੇ, ਜਿਵੇਂ ਜਿਵੇਂ ਕੰਸਟਰਕਸ਼ਨ ਹੁੰਦੀ ਜਾਏਗੀ ਉਵੇਂ ਉਵੇਂ ਸਮਝ ਆਉਂਦਾ ਜਾਏਗਾ। ਠੀਕ ਹੈ, ਇਹਦੇ ਵਾਸਤੇ ਤੁਹਾਨੂੰ ਪ੍ਰਕਾਰ ਜਿਹੜੀ ਉਹ ਚਾਹੀਦੀ ਹੋਏਗੀ, ਪ੍ਰੋਟੈਕਟਰ ਚਾਹੀਦੀ ਹੋਏਗੀ, ਸਕੇਲ ਚਾਹੀਦਾ ਹੋਏਗਾ, ਪੈਨਸਿਲ, ਇਰੇਜ਼ਰ ਵਗੈਰਾ ਤੁਹਾਨੂੰ ਚਾਹੀਦੀਆਂ ਹੋਣਗੀਆਂ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਇੱਕ ਰੇਖਾ ਖਿੱਚਾਂਗੇ। ਠੀਕ ਹੈ, ਰੇਖਾ ਦੇ ਉੱਤੇ ਜਿਹੜਾ ਪਹਿਲਾ ਬਿੰਦੂ ਹੈ ਇਹਨੂੰ ਮੈਂ ਮੰਨ ਲੈਣਾ A। ਆਹ ਵਾਲਾ A ਵਾਲੇ ਸਿਰੇ ਨੂੰ ਆਪਾਂ ਮੰਨ ਲੈਂਦੇ A। ਠੀਕ ਹੈ, तो क्वेश्चन ਦੇ ਅਨੁਸਾਰ ਕੀ ਹੈ ਕਿ ਦਿੱਤੀ ਹੋਈ ਰੇਖਾ ਤੇ ਇੱਕ ਸਥਿਰ ਬਿੰਦੂ A ਤੋਂ 9.3 ਇਕਾਈ ਦੀ ਦੂਰੀ ਤੇ ਇੱਕ ਚਿੰਨ੍ਹ ਲਗਾਉਣ ਤੇ ਇੱਕ ਅਜਿਹਾ ਬਿੰਦੂ ਪ੍ਰਾਪਤ ਹੁੰਦਾ ਹੈ, ਬਿੰਦੂ B ਪ੍ਰਾਪਤ ਹੁੰਦਾ ਹੈ, ਜਿਸ ਨਾਲ AB ਬਰਾਬਰ 9.3 ਇਕਾਈਆਂ ਹੋ ਜਾਏਗਾ। ਠੀਕ ਹੈ, A ਤੋਂ ਅਸੀਂ 9.3 ਦੂਰੀ ਦੇ ਉੱਤੇ ਇੱਕ ਬਿੰਦੂ ਲਗਾਉਣਾ ਹੈ। ਜਿੱਦਾਂ ਇਹ ਸਾਡੇ ਕੋਲ 9 ਹੋਇਆ ਤੇ ਇੱਥੇ ਸਾਡੇ ਕੋਲ ਜਿਹੜਾ ਉਹ 3 ਹੋ ਜਾਏਗਾ। ਠੀਕ, तो 9.3 ਤੇ ਅਸੀਂ ਇੱਕ ਬਿੰਦੂ ਲਗਾ ਲਿਆ। ਇਸ ਤੋਂ ਬਾਅਦ B ਤੋਂ ਇਸ ਪੁਆਇੰਟ ਨੂੰ ਅਸੀਂ B ਜਿਹੜਾ ਇਹਦਾ ਨਾਮ B ਅਸੀਂ ਰੱਖ ਦਿਆਂਗੇ। ਫਿਰ B ਤੋਂ 1 ਸੈਂਟੀਮੀਟਰ ਦੀ ਦੂਰੀ ਤੇ ਇੱਕ ਨਵਾਂ ਬਿੰਦੂ ਅਸੀਂ C ਲਗਾਉਣਾ। ਤਾਂ B ਤੋਂ ਅੱਗੇ ਅਗਰ ਮੈਂ 1 ਸੈਂਟੀਮੀਟਰ ਜਾਵਾਂਗਾ ਤਾਂ 10.3 ਤੇ ਮੈਨੂੰ ਇੱਕ ਪੁਆਇੰਟ ਜਿਹੜਾ ਉਹ ਲਗਾਉਣਾ ਪਏਗਾ। ਠੀਕ ਹੈ, तो ਇਹ ਸਾਡੇ ਕੋਲ ਬਿੰਦੂ A ਹੋ ਗਿਆ। ਇਸ ਤੋਂ ਬਾਅਦ ਇਹ ਸਾਡੇ ਕੋਲ ਬਿੰਦੂ B ਹੋ ਜਾਏਗਾ। ਠੀਕ ਹੈ, ਔਰ ਇਹ ਬਿੰਦੂ C ਹੋ ਜਾਏਗਾ। ਜਿਵੇਂ ਕੁਐਸਚਨ ਦੇ ਵਿੱਚ ਕਿਹਾ ਗਿਆ ਉਹੀ ਸਾਰਾ ਕੁਝ ਆਪਾਂ ਕੀਤਾ। ਇਹਦੀ ਜਿਹੜੀ ਲੰਬਾਈ ਹੈ AB ਦੀ, ਉਹ ਸਾਡੇ ਕੋਲ 9.3 ਇਕਾਈਆਂ ਹੈ। ਠੀਕ ਹੈ, ਔਰ BC ਦੀ ਜਿਹੜੀ ਸਾਡੇ ਕੋਲ ਲੰਬਾਈ ਹੈ ਇਹ 1 ਇਕਾਈ ਹੈ। ਠੀਕ, ਇੱਥੇ ਤੁਸੀਂ 1 ਸੈਂਟੀਮੀਟਰ ਵੀ ਲਿਖ ਸਕਦੇ ਹੋ, ਕਿਉਂਕਿ ਅਸੀਂ ਜਿਹੜਾ ਇਹ ਸੈਂਟੀਮੀਟਰ ਲਿਆ ਡਿਸਟੈਂਸ ਸਾਰਾ ਹੀ। ਠੀਕ ਹੈ, ਹੁਣ ਅਗਲਾ ਸਟੈਪ ਕੀ ਹੈ, C ਬਿੰਦੂ ਜਦੋਂ ਸਾਡੇ ਕੋਲ ਆ ਗਿਆ, ਉਸ ਤੋਂ ਬਾਅਦ AC ਦਾ ਮੱਧ ਬਿੰਦੂ ਲੱਭੋ। ਮੱਧ ਬਿੰਦੂ ਅਸੀਂ ਕਿਵੇਂ ਦੇਖਦੇ ਹਾਂ, ਤਾਂ ਅਸੀਂ ਪ੍ਰਕਾਰ ਦੀ ਹੈਲਪ ਦੇ ਨਾਲ ਅਸੀਂ ਇਹਦਾ ਮਿਡ ਪੁਆਇੰਟ ਜਿਹੜਾ ਉਹ ਹੁਣ ਫਾਈਂਡ ਕਰਾਂਗੇ। ਠੀਕ ਹੈ, ਉਹਦੇ ਲਈ ਕੰਪਸ ਆਪਾਂ ਲੈ ਲਾਂਗੇ। ਠੀਕ, ਤੇ ਕਿਵੇਂ ਆਪਾਂ ਕਰਦੇ ਹੁੰਦੇ ਆ, ਬਿੰਦੂ A ਨੂੰ ਕੇਂਦਰ ਮੰਨ ਕੇ, ਸੈਂਟਰ ਮੰਨ ਕੇ ਆਪਾਂ ਇਹਦੇ ਤੋਂ ਇੱਕ ਆਰਕ ਜਿਹੜੀ ਉਹ ਲਗਾਵਾਂਗੇ। ਠੀਕ, ਇਸੇ ਢੰਗ ਦੇ ਨਾਲ ਆਰਕ ਅਸੀਂ ਦੂਜੇ ਪਾਸੇ ਲਗਾਵਾਂਗੇ। ਇਸੇ ਤਰ੍ਹਾਂ ਹੁਣ ਜਿਹੜੀ ਆਰਕ ਅਸੀਂ ਦੋ ਆਰਕਸ ਜਿਹੜੀਆਂ ਬਿੰਦੂ C ਨੂੰ ਕੇਂਦਰ ਮੰਨ ਕੇ ਉਹਦੇ ਤੇ ਪ੍ਰਕਾਰ ਰੱਖ ਕੇ ਉੱਥੋਂ ਲਗਾਵਾਂਗੇ। ਇਹ ਇਸ ਸਾਈਡ, ਇਸੇ ਢੰਗ ਦੇ ਨਾਲ ਦੂਸਰੀ ਸਾਈਡ ਇੱਕ ਆਰਕ ਅਸੀਂ ਲਗਾਵਾਂਗੇ। ਠੀਕ ਹੈ,
तो ए ਤੇ ਸੀ ਤੋਂ ਅਸੀਂ ਜਦੋਂ ਆਰਕ ਲਗਾਈਆਂ ਦੋਨੋਂ ਸਾਈਡ ਮਤਲਬ ਕਿ AC ਦਾ ਜਿਹੜਾ ਮੱਧ ਬਿੰਦੂ ਅੱਧ ਕੱਢਣ ਵਾਸਤੇ ਅਸੀਂ ਜਿਵੇਂ ਆਰਕਸ ਲਗਾਈਆਂ ਉਹ ਦੋਨੋਂ ਸਾਨੂੰ ਦੋਨੋਂ ਲਾਈਨ ਦੇ ਦੋਨੋਂ ਪਾਸੇ ਜਿਹੜੀਆਂ ਕੱਟ ਕਰ ਰਹੀਆਂ ਨੇ। तो ਹੁਣ ਇਹ ਜਿਹੜੇ ਬਿੰਦੂ ਸਾਡੇ ਕੋਲ ਬਣੇ ਨੇ, ਇਹ ਵਾਲਾ ਬਿੰਦੂ ਤੇ ਇਹ ਵਾਲਾ ਬਿੰਦੂ, ਇਹਨੂੰ ਅਸੀਂ ਜੁਆਇਨ ਕਰਾਂਗੇ ਤਾਂ ਸਾਡੇ ਕੋਲ AC ਨੂੰ ਜਿੱਥੇ ਇਹ ਲਾਈਨ ਸੈਗਮੈਂਟ ਜਿਹੜਾ ਇਹ ਵਾਲਾ ਰੇਖਾਖੰਡ ਕੱਟ ਕਰੇਗਾ ਉਹ ਸਾਡੇ ਕੋਲ AC ਦਾ ਮੱਧ ਬਿੰਦੂ ਹੋ ਜਾਏਗਾ। ਠੀਕ, तो ਉਹਦੇ ਲਈ ਸਾਨੂੰ ਸਕੇਲ ਚਾਹੀਦਾ ਹੈ। ਜਦੋਂ ਜੁਆਇਨ ਕਰਾਂਗੇ ਤਾਂ ਸਾਡੇ ਕੋਲ AC ਦਾ ਮੱਧ ਬਿੰਦੂ ਸਾਡੇ ਕੋਲ ਆ ਜਾਏਗਾ। ਠੀਕ ਹੈ, ਇਹ ਜਿਹੜਾ ਬਿੰਦੂ ਹੈ ਇਹ ਸਾਡੇ ਕੋਲ ਉਹ ਬਿੰਦੂ ਸੀ ਨੂੰ ਮੰਨ ਲਓ। ਠੀਕ ਹੈ, ਠੀਕ ਹੈ। तो ਹੁਣ ਅਸੀਂ O ਨੂੰ ਕੇਂਦਰ ਮੰਨ ਕੇ OC ਨੂੰ ਅਰਧ ਵਿਆਸ ਮੰਨ ਕੇ ਇੱਕ ਚੱਕਰ ਜਿਹੜਾ ਅਰਧ ਚੱਕਰ ਖਿੱਚਾਂਗੇ। ठीक, तो इस तो बाद अगला स्टेप साडे कोल की है, AC ते एक अजिहा लंब खिंचो जो B विचों होके ਜਾਂਦਾ ਹੋਵੇ ਅਤੇ ਅਰਧ ਚੱਕਰ ਨੂੰ D ਤੇ ਕੱਟੇ। तो AC ਜਿਹੜਾ ਸਾਡੇ ਕੋਲ ਲਾਈਨ ਸੈਗਮੈਂਟ ਹੈ ਇਹਦੇ ਤੇ ਪੁਆਇੰਟ B ਹੈ, B ਤੋਂ ਅਸੀਂ ਇੱਕ ਸਿਖਰ ਲੰਬ ਜਿਹੜਾ ਪਰਪੈਂਡੀਕੂਲਰ ਡਰਾ ਕਰਾਂਗੇ ਜਿਹੜਾ ਕਿ ਅਰਧ ਚੱਕਰ ਨੂੰ ਬਿੰਦੂ D ਤੇ ਕੱਟਦਾ ਹੋਵੇ। ਠੀਕ, ਉਹਦੇ ਲਈ ਸਾਨੂੰ ਪ੍ਰੋਟੈਕਟਰ ਦੀ ਜ਼ਰੂਰਤ ਹੋਏਗੀ। ਇਸ ਬਿੰਦੂ B ਦੇ ਉੱਤੇ ਅਸੀਂ 90 ਡਿਗਰੀ ਦਾ ਕੋਣ ਬਣਾਉਂਦਾ ਹੋਇਆ ਇੱਕ ਲੰਬ ਜਿਹੜਾ ਇੱਕ ਲਾਈਨ ਅਸੀਂ ਖਿੱਚਣੀ ਹੈ, ਸਿਖਰ ਲੰਬ ਜਿਹੜਾ ਖਿੱਚਣਾ। तो ਇਹ ਬਿੰਦੂ ਇਹ ਸਾਡੇ ਕੋਲ। ਠੀਕ, तो ਸਕੇਲ ਦੀ ਮਦਦ ਦੇ ਨਾਲ ਹੁਣ ਅਸੀਂ ਇੱਥੇ ਇੱਕ ਲਾਈਨ ਜਿਹੜੀ ਆ ਪਰਪੈਂਡੀਕੂਲਰ ਉਹ ਡਰਾ ਕਰਦੇ ਹਾਂ। तो B ਤੋਂ ਅਸੀਂ ਸਿਖਰ ਲੰਬ ਜਿਹੜਾ ਉਹ ਖਿੱਚਣਾ ਜਿਹੜਾ ਕਿ ਅਰਧ ਚੱਕਰ ਨੂੰ ਬਿੰਦੂ D ਤੇ ਕੱਟੇ। ਇਹ ਬਿੰਦੂ ਸਾਡੇ ਕੋਲ ਕੀ ਹੋ ਗਿਆ, ਇਹ ਬਿੰਦੂ D ਹੋ ਗਿਆ। ਤੇ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਸਾਡੇ ਕੋਲ ਹੈ ਉਹ ਕੀ ਹੈ, ਹੁਣ ਇਹਦੇ ਨਾਲ ਜਿਹੜਾ BD ਸਾਡੇ ਕੋਲ ਇਹ ਡਿਸਟੈਂਸ ਬਣਿਆ, D ਮੈਂ ਦੁਬਾਰਾ ਡਰਾ ਕਰ ਲੈਣਾ। ਹੁਣ ਜਿਹੜਾ BD ਸਾਡੇ ਕੋਲ ਲੈਂਥ ਬਣੀ ਹੈ ਇਹ ਕਿੰਨੀ ਬਣੀ ਹੈ, ਵਰਗਮੂਲ 9.3 ਬਣੀ ਹੈ। तो ਇਹਨੂੰ ਮੈਂ ਲਿਖ ਦਾਂਗਾ ਇੱਥੇ ਵਰਗਮੂਲ 9.3। ਹੁਣ ਅਸੀਂ B ਨੂੰ ਮੰਨ ਕੇ ਸੈਂਟਰ ਮੰਨ ਕੇ ਕੇਂਦਰ ਮੰਨ ਕੇ BD ਦੇ ਜਿੰਨੀ ਅਸੀਂ ਪ੍ਰਕਾਰ ਜਿਹੜੀ ਖੋਲਣੀ ਹੈ, BD ਨੂੰ ਅਰਧ ਵਿਆਸ ਮੰਨਣਾ ਤੇ ਇੱਕ ਜਿਹੜਾ ਸਰਕਲ ਅਸੀਂ ਇੱਥੇ ਚਾਪ ਜਿਹੜੀ ਉਹ ਲਗਾਵਾਂਗੇ ਇਸ ਸੰਖਿਆ ਰੇਖਾ ਨੂੰ ਕੱਟ ਕਰ ਦੇਈਏ। ਠੀਕ ਹੈ, तो ਇਹ ਅਸੀਂ ਇਸ ਢੰਗ ਦੇ ਨਾਲ ਇੱਥੇ ਇੱਕ ਚਾਪ ਲਗਾ ਦੇਵਾਂਗੇ। ਠੀਕ, और इस बिंदु ਨੂੰ ਅਸੀਂ ਬਿੰਦੂ P ਜਿਹੜਾ ਉਹ ਮੰਨ ਲੈਂਦੇ। और ਇਹਨੂੰ ਅਸੀਂ ਬਿੰਦੂ P ਮੰਨ ਕਿਉਂਕਿ BD ਜਿਹੜੀ ਲੈਂਥ ਹੈ ਸਾਡੇ ਕੋਲ 9.3 ਦਾ ਵਰਗਮੂਲ ਹੈ। तो ਜਦੋਂ ਅਸੀਂ ਇਥੋਂ ਇੱਕ ਸਰਕਲ ਲਗਾਇਆ, ਠੀਕ ਹੈ, तो ਜਿਹੜਾ ਸਾਡੇ ਕੋਲ BP ਲੈਂਥ ਹੈ ਇਹ V ਸਾਡੇ ਕੋਲ ਕਿੰਨੀ ਹੋ ਜਾਏਗੀ, ਇਹ V ਸਾਡੇ ਕੋਲ ਵਰਗਮੂਲ 9.3 ਇਕਾਈਆਂ ਹੋ ਜਾਏਗੀ। ਸੋ ਜੇਕਰ ਅਸੀਂ B ਬਿੰਦੂ ਨੂੰ 0 ਮੰਨ ਲੈਂਦੇ, ठीक है, अगर ये साडे कोल संख्या रेखा दे उत्ते 0 है तो जिहड़ा P बिंदु है ये सानू संख्या रेखा दे उत्ते की दर्शाएगा 9.3 दा वर्ग। ठीक है, तो ये साडे कोल क्वेश्चन है 9 अगर सानू 9.3 दा वर्गमूल जिहड़ा संख्या रेखा ते ड्रा करन वास्ते दिता गया सी तां ये सारा ओहदा प्रोसीजर है जिहदे नाल असीं वर्गमूल 9.3 नू संख्या रेखा दे उत्ते दर्शा सकते हैं। ठीक है, काम बिल्कुल साफ सुथरा करना है। पेंसिल इरेजर जो तुसीं यूज करोगे, इरेजर की वरतों बहुत घट करनी है, मतलब पहला ही सोच समझ के आपां हर एक स्टैप नूं करना है कि सानू इरेजर की जरूरत ना पए। ठीक है, एक बार हल्का जिहा मैं रिपीट कर देना आपां की कीता। सब तो पहला असीं एक लाइन जिहड़ी लगाई, ठीक है, ਉਹਦੇ ਵਿੱਚ ਫਿਰ ਇੱਕ ਬਿੰਦੂ ਇੱਕ ਸਿਰੇ ਤੇ ਅਸੀਂ A ਮੰਨ ਲਿਆ ਤੇ A ਤੋਂ ਅਸੀਂ 9.3 ਜਿਹੜਾ ਸਾਨੂੰ ਜੋ ਨੰਬਰ ਦਿੱਤਾ ਹੋਇਆ ਸੀ ਉਹ ਅਸੀਂ ਮਿਣ ਕੇ ਸਕੇਲ ਦੇ ਨਾਲ ਮਿਣ ਕੇ ਇੱਥੇ B ਪੁਆਇੰਟ ਲਗਾਇਆ 9.3 ਦੀ ਇਕਾਈਆਂ ਦੀ ਦੂਰੀ ਤੇ। फिर उस तो 1 सेंटीमीटर अगे एक पॉइंट असी C लिया, फिर AC का अध किया, वो जो बिंदु है वो AC का मध्य बिंदु असी बना लिया। ठीक है, फिर O तो OC जिन्नी प्रकार खोल के ओनू केंद्र मान के OC नू अर्ध व्यास मान के आप एक अर्ध चक्कर लगाया। ठीक है, और B तो असी परपेंडिकुलर ड्रॉ किया
AC ਨੂੰ ਜਿਹੜਾ ਕਿ ਅਰਧ ਚੱਕਰ ਨੂੰ ਸੈਮੀ ਸਰਕਲ ਨੂੰ ਬਿੰਦੂ D ਦੇ ਉੱਤੇ ਪੁਆਇੰਟ D ਤੇ ਕੱਟ ਕਰਦਾ ਸੀ। ਤਾਂ ਜਿਹੜੀ ਲੈਂਥ ਸਾਡੇ ਕੋਲ BD ਹੈ ਉਹ ਸਾਡੇ ਕੋਲ ਵਰਗਮੂਲ 9.3 ਇਕਾਈਆਂ ਬਣ ਜਾਂਦੀ ਹੈ। ਤਾਂ B ਨੂੰ ਕੇਂਦਰ ਮੰਨ ਕੇ BD ਨੂੰ ਅਰਧਵਿਆਸ ਮੰਨ ਕੇ ਅਸੀਂ ਇੱਕ ਹੋਰ ਜਿਹੜੀ ਚਾਪ ਲਗਾਈ ਜਿਹੜੀ ਕਿ ਇਸ ਰੇਖਾ ਨੂੰ ਬਿੰਦੂ P ਤੇ ਕੱਟਦੀ ਸੀ। ਠੀਕ ਹੈ, ਤਾਂ BD ਅਗਰ ਸਾਡੇ ਕੋਲ ਵਰਗਮੂਲ 9.3 ਹੈ, BD ਦੀ ਲੈਂਥ ਜਿਹੜੀ ਹੈ, ਤਾਂ ਸਾਡੇ ਕੋਲ ਜਿਹੜਾ P ਡਿਸਟੈਂਸ ਹੈ ਉਹ ਵੀ ਸਾਡੇ ਕੋਲ ਵਰਗਮੂਲ 9.3 ਹੋਏਗਾ। ਠੀਕ ਹੈ, ਤਾਂ B ਨੂੰ ਅਗਰ ਅਸੀਂ ਸੰਖਿਆ ਰੇਖਾ ਦੇ ਉੱਤੇ 0 ਮੰਨ ਲੈਂਦੇ ਹਾਂ ਤਾਂ ਜਿਹੜਾ P ਪੁਆਇੰਟ ਹੈ ਇਹ ਸਾਡੇ ਕੋਲ ਸੰਖਿਆ ਰੇਖਾ ਦੇ ਉੱਤੇ ਵਰਗਮੂਲ 9.3 ਹੋਏਗਾ। ਠੀਕ ਹੈ, ਤਾਂ ਇਸੇ ਢੰਗ ਦੇ ਨਾਲ ਤੁਸੀਂ ਕੋਈ ਵੀ ਸਾਨੂੰ ਸੰਖਿਆ ਦਿੱਤੀ ਹੋਏ 9.3 ਦੀ ਜਗ੍ਹਾ ਤੇ ਸਾਨੂੰ 3.5 ਦਿੱਤਾ ਹੋਇਆ, 7.2 ਜੋ ਵੀ ਦਿੱਤਾ ਹੋਇਆ ਅਸੀਂ ਉਸੇ ਢੰਗ ਦੇ ਨਾਲ ਲਵਾਂਗੇ। ਜਿਹੜੀ AB ਲੈਂਥ ਹੈ ਉਹ ਅਸੀਂ ਉਨੀ ਲੈ ਲਾਂਗੇ ਜਿੰਨਾ ਸਾਨੂੰ ਇੱਥੇ ਵਰਗਮੂਲ ਜਿਸ ਨੰਬਰ ਦਾ ਜਿਸ ਸੰਖਿਆ ਦਾ ਦਿੱਤਾ ਹੋਇਆ। ਠੀਕ ਹੈ, ਅੱਗੇ ਵਾਲਾ ਡਿਸਟੈਂਸ ਬਾਕੀ ਸਾਰਾ ਪ੍ਰੋਸੀਜਰ ਉਹ ਸੇਮ ਹੀ ਰਹੇਗਾ। ਇੱਥੇ 1 ਸੈਂਟੀਮੀਟਰ ਆਪਾਂ ਲਵਾਂਗੇ, ਫਿਰ ਅੱਧ ਕਰਾਂਗੇ, ਫਿਰ ਅਰਧ ਚੱਕਰ ਲਗਾਵਾਂਗੇ, ਫਿਰ BD ਜਿਹੜਾ ਲੰਬ ਖਿੱਚਾਂਗੇ। ਠੀਕ ਹੈ, ਇਹ ਸਾਡੇ ਕੋਲ ਇੱਥੇ तो P ਜਿਹੜਾ ਪੁਆਇੰਟ ਹੈ ਉਹ ਸਾਨੂੰ ਵਰਗਮੂਲ 9.3 ਨੂੰ ਦਰਸਾਉਂਦਾ ਹੈ ਜਦੋਂ B ਜਿਹੜਾ ਬਿੰਦੂ ਹੈ ਉਹ 0 ਨੂੰ ਦਰਸਾਉਂਦਾ ਹੈ ਸੰਖਿਆ ਰੇਖਾ ਦੇ। ਠੀਕ ਹੈ ਵਿਦਿਆਰਥੀਓ, तो ਮੈਨੂੰ ਉਮੀਦ ਹੈ ਕਿ ਇਹ ਜ਼ਰੂਰ ਤੁਹਾਨੂੰ ਸਮਝ ਆਇਆ ਹੋਵੇਗਾ। ਇਹ ਪੁਆਇੰਟਸ ਜਿਹੜੇ ਸਾਰੇ ਤੁਸੀਂ ਨੋਟ ਕਰਨੇ ਨੇ ਕਾਪੀ ਦੇ ਉੱਤੇ। ਠੀਕ ਹੈ, ਔਰ ਤੇ ਨਾਲ ਜਿਹੜੀ ਕੰਸਟਰਕਸ਼ਨ ਇਹ ਵਾਲੀ ਸਾਰੀ ਸਾਫ਼ ਸੁਥਰੀ ਕਰਨੀ। ਠੀਕ ਹੈ ਵਿਦਿਆਰਥੀਓ, ਅੱਜ ਦੇ ਲਈ ਇੰਨਾ ਹੀ। ਮਿਲਾਂਗੇ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ।